ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਕੀ ਕਹਿੰਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਪੰਜਾਬ ਟੁਡੇ ਦੇ ਫੇਸਬੁੱਕ ਤੇ YouTube ਪੇਜ ਤੇ ਇਸ ਵੇਲੇ ਲਾਈਵ ਦੇਖ ਰਹੇ ਹੋ ਤੇ ਲਾਈਕ ਕਰੋ। ਪੰਜਾਬ ਟੁਡੇ ਦਾ YouTube ਪੇਜ ਜਿਹੜਾ ਹੈ ਸਬਸਕ੍ਰਾਈਬ ਕਰੋ। ਇਸ ਤੋਂ ਇਲਾਵਾ ਨੰਬਰ ਫਲੈਸ਼ ਹੋ ਰਿਹਾ ਹੈ, ਦੋਨੋਂ ਨੰਬਰਸ ਤੇ ਤੁਸੀਂ ਕਾਲ ਕਰ ਸਕਦੇ ਹੋ। ਇੱਕ ਇੰਡੀਆ ਦਾ ਨੰਬਰ ਹੈ ਤੇ ਇੱਕ US ਦਾ। ਹੁਣ ਗੱਲ ਕਰਦੇ ਅੱਜ ਦੇ ਮੁੱਦੇ ਦੀ। ਇਹ ਮੁੱਦਾ ਜਿਹੜਾ ਹੈ ਦਰਅਸਲ ਤੁਹਾਨੂੰ ਜਾਗਰੂਕ ਕਰਨ ਦੇ ਲਈ ਹੈ ਕਿ ਆਖਿਰ ਕਿਹੜੇ ਅਜਿਹੇ ਕਾਨੂੰਨ ਨੇ ਜਾਂ ਕਿਹੜੀ ਅਜਿਹੀ ਚੀਜ਼ਾਂ ਨੇ ਜਿਹੜੇ ਕਿ ਅਸੀਂ ਇੰਟਰਨੈਟ ਦੇ ਜ਼ਰੀਏ ਦੇਖਦੇ ਤਾਂ ਹੈ ਪਰ ਸਾਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਕਿ ਉਹ ਇੱਕ ਅਪਰਾਧ ਹੈ। ਮੈਂ ਗੱਲ ਕਰ ਰਹੀ ਹਾਂ ਅੱਜ ਚਾਈਲਡ ਪੋਰਨੋਗ੍ਰਾਫੀ ਦੀ। ਤੇ ਇਹ ਹਾਲਾਂਕਿ ਬੈਨ ਹੈ, ਸਾਰੇ ਦੇਸ਼ਾਂ ਦੇ ਵਿੱਚ ਹੀ ਬੈਨ ਹੈ ਤੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਸਰਕਾਰ ਦਾ ਜਿਹੜਾ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰੀ ਹੈ ਉਹਨਾਂ ਵੱਲੋਂ ਇਸ ਨੂੰ ਜਿਹੜਾ ਹੈ ਬੈਨ ਕਰ ਦਿੱਤਾ ਗਿਆ ਹੈ। ਤੇ ਜੋ ਵੀ ਅਜਿਹੀ ਚੀਜ਼ਾਂ ਕਰਦਾ ਹੈ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈਆਂ ਜ਼ਰੂਰ ਹੁੰਦੀਆਂ ਤੇ ਕਾਨੂੰਨ ਵੀ ਹੈ, ਨਿਯਮ ਵੀ ਹੈ। ਅਸੀਂ ਇੰਟਰਨੈਟ ਦਾ ਇਸਤੇਮਾਲ ਦਿਨੋਂ ਦਿਨ ਜਿਹੜਾ ਹੈ ਕਰਦੇ ਹਾਂ ਤੇ ਦਿਨੋਂ ਦਿਨ ਇਸ ਦਾ ਇਸਤੇਮਾਲ ਜਿਹੜਾ ਵੱਧ ਰਿਹਾ ਹੈ ਤੇ ਅਸੀਂ ਇਹ ਨਹੀਂ ਦੇਖਦੇ ਕਿ ਅਸੀਂ ਜਿਹੜੀ ਚੀਜ਼ ਸਰਚ ਕਰ ਰਹੇ ਹਾਂ ਉਸ ਦੇ ਜਿਹੜੇ ਕੀ ਅੱਗੇ ਕੌਨਸੀਕੁਐਂਸਿਸ ਹੋ ਸਕਦੇ ਨੇ, ਕੀ ਉਸ ਦਾ ਜਿਹੜਾ ਅੱਗੇ ਜਿਹੜਾ ਸਾਨੂੰ ਇਸ ਨਾਲ ਭੁਗਤਣਾ ਪੈ ਸਕਦਾ ਹੈ। ਹੁਣ ਇੱਕ ਜਿਹੜਾ ਡੇਟਾ ਸਾਹਮਣੇ ਆਇਆ, ਡੇਟਾ ਇਹ ਹੈ ਕਿ ਗੂਗਲ ਵੱਲੋਂ ਜੇਕਰ ਤੁਸੀਂ ਚਾਈਲਡ ਪੋਰਨੋਗ੍ਰਾਫੀ ਸਰਚ ਕਰਦੇ ਹੋ ਤੇ ਤੁਹਾਡਾ ਨਾਮ ਉਹਨਾਂ ਲੋਕਾਂ ਦੇ ਲਿਸਟ ਵਿੱਚ ਸ਼ਾਮਿਲ ਹੋ ਜਾਂਦਾ ਹੈ ਜਿਹੜੇ ਕਿ ਚਾਈਲਡ ਪੋਰਨੋਗ੍ਰਾਫੀ ਨੂੰ ਪ੍ਰਮੋਟ ਕਰ ਰਹੇ ਜਾਂ ਚਾਈਲਡ ਪੋਰਨ ਨੂੰ ਜਿਹੜਾ ਹੈ ਅੱਗੇ ਜਿਹੜਾ ਹੈ ਉਸ ਚੀਜ਼ ਦਾ ਕੰਮ ਕਰਦੇ ਜਾਂ ਉਸ ਚੀਜ਼ ਨੂੰ ਦੇਖਣਾ ਚਾਹੁੰਦੇ, ਜਦ ਕਿ ਇਹ ਇੱਕ ਅਪਰਾਧ ਹੈ। ਉਹ ਤਾਂ ਆਟੋਮੈਟਿਕਲੀ ਗੂਗਲ ਕੀ ਕਰਦਾ ਹੈ ਕਿ ਗੂਗਲ ਜਿਹੜਾ ਹੈ ਤੁਹਾਨੂੰ ਉਸ ਲਿਸਟ ਵਿੱਚ ਪਾ ਦਿੰਦਾ ਹੈ ਕਿ ਜਿਸ ਵਿੱਚ ਤੁਹਾਡਾ ਇੱਕ ਅਪਰਾਧ ਦੀ ਇੱਕ ਸੂਚੀ ਵਿੱਚ ਪਾ ਦਿੰਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਕਰ ਦਿੱਤੀ ਜਾਂਦੀ ਹੈ। ਤੇ ਹੁਣ ਦੱਸ ਦਿੰਦੇ ਕਿ ਲਗਾਤਾਰ ਇਸ ਚੀਜ਼ਾਂ ਨੂੰ ਲੈ ਕੇ ਜਿਹੜਾ ਹੈ ਸਰਕਾਰ ਵੱਲੋਂ ਹਿਦਾਇਤਾਂ ਤੇ ਵੀ ਦਿੱਤੀਆਂ ਗਈਆਂ ਨੇ ਤੇ ਨਿਯਮ ਵੀ ਜਿਹੜੇ ਉਹ ਬੜੇ ਨੇ, ਲੇਕਿਨ ਬਾਵਜੂਦ ਉਸਦੇ ਜਿਹੜਾ ਲੋਕੀ ਇਸ ਚੀਜ਼ ਨੂੰ ਸਰਚ ਕਰ ਰਹੇ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਇਹ ਚੀਜ਼ ਸਾਹਮਣੇ ਆਈ ਹੈ ਕਿ 9000 ਦੇ ਕਰੀਬ ਜਿਹੜੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਜਿਹੜੀ ਪੋਰਨੋਗ੍ਰਾਫੀ ਦੇਖੀ ਹੈ, ਚਾਈਲਡ ਪੋਰਨੋਗ੍ਰਾਫੀ ਜਿਸ ਦੀ ਗੱਲ ਕਰ ਰਹੀ ਹਾਂ ਮੈਂ, ਉਹ ਦੇਖੀ ਹੈ। ਤੇ ਇਸ ਚੀਜ਼ ਨੂੰ ਲੈ ਕੇ ਸਾਈਬਰ ਸੈੱਲ ਜਿਹੜੀ ਹੈ ਐਕਟਿਵ ਹੋ ਗਈ ਹੈ, ਪੰਜਾਬ ਪੁਲਿਸ ਦੀ ਸਾਈਬਰ ਸੈੱਲ ਤੇ ਸਾਈਬਰ ਸੈੱਲ ਵੱਲੋਂ ਜਿਹੜਾ ਹੈ 100 ਅਜਿਹੇ ਲੋਕਾਂ ਦੇ ਖਿਲਾਫ ਜਿਹੜਾ ਹੈ ਮਾਮਲਾ ਵੀ ਦਰਜ ਕੀਤਾ ਗਿਆ ਹੈ ਜਿੱਥੇ ਕਿ ਚਾਈਲਡ ਪੋਰਨੋਗ੍ਰਾਫੀ ਜਿਹੜੀ ਹੈ ਉਹ ਇਸ ਚੀਜ਼ ਦੇ ਵਿੱਚ ਵਾਧਾ ਦੇਖਾ ਗਿਆ ਹੈ ਤੇ ਜਿਹੜੀ ਰਜਿਸਟਰਡ ਵੀ ਉਹਨਾਂ ਖਿਲਾਫ ਕੇਸ ਹੋ ਗਏ ਹੈ। ਹੁਣ ਕੁਝ ਅਜਿਹੀ ਚੀਜ਼ਾਂ ਨੇ ਜਿਨ੍ਹਾਂ ਬਾਰੇ ਸਾਨੂੰ ਜਿਹੜੀ ਹੈ ਜਾਣਕਾਰੀ ਨਹੀਂ ਹੈ, ਖਾਸ ਕਰ ਜਦ ਅਸੀਂ ਸਰਚ ਵੀ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਜਿਹੜੇ ਮੈਂ ਦੱਸ ਰਹੀ ਸੀਗੀ ਕਿ ਜਿਵੇਂ ਪੰਜਾਬ ਸਟੇਟ ਸਾਈਬਰ ਸੈੱਲ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਗੂਗਲ ਨੇ ਪੰਜਾਬ ਸਟੇਟ ਸਾਈਬਰ ਸੈੱਲ ਨੂੰ ਕਿਹਾ ਕਿ ਜਿਹੜੇ ਨਿਯਮ ਅਨੁਸਾਰ ਜਿਹੜੀ ਵੀ ਬਣਦੀ ਕਾਰਵਾਈ ਉਹ ਕੀਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਜਿਹੜੀ 100 ਲੋਕਾਂ ਦੇ ਕੇਸ ਦਰਜ ਕੀਤਾ ਗਿਆ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਸਰਚ ਹੈ ਉਹ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਹਾਲੀ ਦੇ ਵਿੱਚ ਹੋਇਆ ਹੈ ਤੇ ਇਹ ਜਿਹੜਾ ਡੇਟਾ ਹੈ ਗੂਗਲ ਨੇ ਸ਼ੇਅਰ ਕੀਤਾ ਹੈ ਪੰਜਾਬ ਪੁਲਿਸ ਦੀ ਸਾਈਬਰ ਸੈੱਲ ਦੇ ਨਾਲ। ਹੁਣ ਇੱਕ ਗੱਲ ਸਮਝਣੀ ਇਹ ਵੀ ਜ਼ਰੂਰੀ ਹੈ ਕਿ ਜੇਕਰ ਤੁਸੀਂ ਚਾਈਲਡ ਪੋਰਨੋਗ੍ਰਾਫੀ ਤੋਂ ਬਚਣਾ ਚਾਹੁੰਦੇ ਹੋ ਤੇ ਇਸ ਦੇ ਲਈ ਤੁਹਾਨੂੰ ਕੀ ਕੁਝ ਕਰਨਾ ਚਾਹੀਦਾ, ਲੇਕਿਨ ਉਸ ਤੋਂ ਪਹਿਲਾਂ ਇਹ ਦੇਖੋ ਕਿ ਜੇਕਰ ਤੁਸੀਂ ਸਰਚ ਕਰ ਰਹੇ ਹੋ ਤੁਸੀਂ ਆਪਣੇ ਆਪ 'ਚ ਇੱਕ ਅਪਰਾਧੀ ਬਣ ਰਹੇ ਹੋ, ਕਿਉਂਕਿ ਚਾਈਲਡ ਪੋਰਨੋਗ੍ਰਾਫੀ ਦੇਖਣਾ ਤੇ ਸਰਚ ਕਰਨਾ ਦੋਨੋਂ ਹੀ ਅਪਰਾਧ ਹੈ। ਇਸ ਦੇ ਲਈ 7 ਸਾਲ ਤੱਕ ਦੀ ਸਜ਼ਾ ਦਾ ਪ੍ਰਾਵਧਾਨ ਹੈ IPC ਦੇ ਤਹਿਤ। ਪੌਰਨ ਫਿਲਮੇ ਬਣਾਉਣਾ, ਅਸ਼ਲੀਲ ਕੰਟੈਂਟ ਜਿਹੜਾ ਸ਼ੇਅਰ ਕਰਨਾ, ਚਾਈਲਡ ਪੋਰਨੋਗ੍ਰਾਫੀ ਦੇਖਣਾ, ਇਹ ਸਾਰਾ ਜਿਹੜਾ IT ਕਾਨੂੰਨ 2000 ਦੀ ਧਾਰਾ 67 ਅਤੇ ਪੋਕਸੋ ਐਕਟ ਦੀ ਧਾਰਾ 15 ਦੇ ਤਹਿਤ ਆਉਂਦਾ ਹੈ। ਕਾਨੂੰਨ ਦੇ ਤਹਿਤ ਪਹਿਲੀ ਵਾਰ ਅਪਰਾਧ ਕਰਨ ਤੇ 5 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਇਹ ਚਾਈਲਡ ਪੋਰਨੋਗ੍ਰਾਫੀ ਦੇ ਜੇਕਰ ਤੁਸੀਂ ਕੋਈ ਵੀ ਕੰਟੈਂਟ ਦੇਖਦੇ ਹੋ ਜਾਂ ਬਣਾਉਂਦੇ ਹੋ ਉਸ ਦੇ ਲਈ ਜਿਹੜਾ ਹੈ ਸਜ਼ਾ ਹੈ। ਹੁਣ ਇਸ ਦੇ ਲਈ ਕੀ ਕੀਤਾ ਹੈ ਕਿ ਪੰਜਾਬ ਪੁਲਿਸ ਦੀ ਜਿਹੜੀ ਸਟੇਟ ਸਾਈਬਰ ਸੈੱਲ ਹੈ ਉਹਨਾਂ ਨੇ ਇੱਕ SIT ਬਣਾਈ ਹੈ ਜਿਹੜੀ ਕਿ ਜਿਸ ਵਿੱਚ 2 DSP ਨੇ, 2 ਇੰਸਪੈਕਟਰ ਸਤਰ ਦੇ ਅਧਿਕਾਰੀ ਨੇ। ਉੱਥੇ ਹੀ ਇਹਨਾਂ ਲੋਕਾਂ ਨੇ ਜਿਹੜਾ ਹੈ 100 ਲੋਕਾਂ ਉੱਤੇ ਪਰਚਾ ਦਰਜ ਕੀਤਾ ਹੈ ਤੇ ਉਸ ਪਰਚੇ ਦੇ ਤਹਿਤ ਹੁਣ ਕਾਰਵਾਈ ਵੀ ਕੀਤੀ ਜਾਏਗੀ। ਹੁਣ ਚਾਈਲਡ ਪੋਰਨ ਕੰਟੈਂਟ ਤੋਂ ਬਚਣ ਦੇ ਲਈ ਕੀ ਕੁਝ ਇਹਤਿਆਤ ਵਰਤਿਆ ਜਾਵੇ। ਦਰਅਸਲ ਮੁੱਖ ਚੀਜ਼ਾਂ ਇਹ ਨੇ ਕਿ ਚਾਈਲਡ ਪੋਰਨ ਕੰਟੈਂਟ ਕਦੇ ਵੀ ਆਪਣੀ ਡਿਵਾਈਸ ਤੇ ਨਾ ਰੱਖੇਂ, ਕਿਸੇ ਵੀ ਤਰੀਕੇ ਦੇ ਨਾਲ ਮਜ਼ਾਕ ਤੇ ਵੀ ਕਿਸੇ ਬੱਚੇ ਦੀ ਸੈਮੀ ਤੇ ਫੁੱਲ ਨਿਊਡ ਫੋਟੋ ਸ਼ੇਅਰ ਨਾ ਕਰਨ ਤੇ ਇਸ ਤੋਂ ਇਲਾਵਾ ਕੋਈ ਲਿੰਕ ਜੇਕਰ ਤੁਹਾਨੂੰ ਆਉਂਦਾ ਹੈ ਤਾਂ ਉਹ ਵੀ ਕਲਿੱਕ ਨਾ ਕਰਨ, ਉਹ ਵੀ ਕਿਸੇ ਨੂੰ ਸ਼ੇਅਰ ਨਾ ਕਰਨ ਤੇ 3, 5, 7 ਸਾਲ ਦੀ ਜਿਹੜੀ ਸਜ਼ਾ ਦਾ ਪ੍ਰਾਵਧਾਨ ਹੈ। ਹੁਣ ਪੰਜਾਬ ਦੇ ਵਿੱਚ ਚਾਈਲਡ ਪੋਰਨ ਦੀ ਸਰਚ ਕਰਨ ਦੀ ਸ਼ਿਕਾਇਤਾਂ ਲਗਾਤਾਰ ਆ ਰਹੀ ਹੈ ਤੇ ਗੂਗਲ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਸ ਦੇ ਆਧਾਰ ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੇ ਜੇਕਰ ਕੋਈ ਚਾਈਲਡ ਪੋਰਨ ਕੰਟੈਂਟ ਤੇ ਆਪਣੇ ਕੋਲ ਰੱਖਦਾ ਹੈ ਤੇ ਉਸ ਨੂੰ ਸਜ਼ਾ ਵੀ ਹੋ ਸਕਦੀ ਹੈ ਤੇ ਸਜ਼ਾ ਦਾ ਜਿਹੜਾ ਟੈਨਿਓਰ ਹੈ ਉਹ 5 ਤੋਂ 7 ਸਾਲ ਵੀ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਜੁਰਮਾਨਾ ਵੀ ਕਾਫੀ ਹੈਵੀ ਹੈ। ਲੇਕਿਨ ਇੱਕ ਚੀਜ਼ ਦੇਖਣ ਵਾਲੀ ਇਹ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ 9000 ਲੋਕਾਂ ਨੇ ਗੂਗਲ ਤੇ ਜਾ ਕੇ ਚਾਈਲਡ ਪੋਰਨ ਸਰਚ ਕੀਤਾ ਹੈ ਤੇ ਇਹ
ਮਾਨਸਿਕਤਾ ਵੀ ਦਿਖਾਉਂਦਾ ਹੈ ਤੇ ਇਹ ਵੀ ਦਿਖਾਉਂਦਾ ਹੈ ਕਿ ਆਖਿਰ ਅਸੀਂ ਇੰਟਰਨੈਟ ਤੇ ਕੀ ਕੁਝ ਦੇਖਣਾ ਚਾਹੁੰਦੇ ਨੇ। ਇਹ ਸਾਰੀ ਚੀਜ਼ਾਂ ਜਿਹੜੀ ਹੈ ਸਾਰੀ ਚੀਜ਼ਾਂ ਇਸ ਵਿੱਚ ਨਜ਼ਰ ਆ ਰਹੀਆਂ। ਹੁਣ ਗੂਗਲ ਨੇ ਜਦ ਇਹ ਡੇਟਾ ਸ਼ੇਅਰ ਕੀਤਾ ਪੰਜਾਬ ਪੁਲਿਸ ਦੇ ਨਾਲ ਤੇ ਕਿਤੇ ਨਾ ਕਿਤੇ ਇਹ ਦੇਖਣ ਵਾਲੀ ਜਿਹੜੀ ਥਾਵਾਂ ਦਸੀਆਂ ਨੇ, ਖਾਸ ਕਰ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਹਾਲੀ, ਇਹ ਸਾਰੇ ਐਜੂਕੇਟਿਡ ਕਿਹਾ ਜਾਂਦਾ ਹੈ ਤੇ ਸ਼ਹਿਰ ਇਹਨਾਂ ਨੂੰ ਕਿਹਾ ਜਾਂਦਾ ਹੈ ਤੇ ਕਾਫੀ ਲੋਕੀ ਇੱਥੇ ਆਉਂਦੇ ਹੈ ਆਪਣਾ ਬਿਜ਼ਨਸ ਸੈਟਲ ਕਰਨ ਦੇ ਲਈ ਜਾਂ ਅੱਗੇ ਕੋਈ ਕਰੀਅਰ ਪਰਸਿਊ ਕਰਨ ਦੇ ਲਈ। ਲੇਕਿਨ ਉੱਥੇ ਇਹ ਸਾਰੀ ਚੀਜ਼ਾਂ ਹੈ ਤੇ ਇਹ ਕਿਤੇ ਨਾ ਕਿਤੇ ਇੱਕ ਸਵਾਲ ਜ਼ਰੂਰ ਖੜਾ ਕਰਦੇ ਹੈ ਤੇ ਇਹ ਡੇਟਾ ਜ਼ਰੂਰ ਜਿਹੜਾ ਹੈ ਸ਼ੇਅਰ ਕੀਤਾ ਗਿਆ ਹੈ। ਲੇਕਿਨ ਇੱਕ ਗੱਲ ਸਮਝਣੇ ਵਾਲੀ ਇਹ ਵੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਉੱਤੇ ਧਿਆਨ ਨਹੀਂ ਦਿੰਦੇ, ਪਰ ਸਾਨੂੰ ਲੋੜ ਹੈ ਇਹਨਾਂ ਚੀਜ਼ਾਂ ਉੱਤੇ ਧਿਆਨ ਦੇਣ ਦੀ ਤਾਂ ਜੋ ਜਿਹੜਾ ਹੈ ਸਾਨੂੰ ਪਤਾ ਚੱਲ ਸਕੇ ਕਿ ਗੂਗਲ ਤੇ ਅਸੀਂ ਇੰਟਰਨੈਟ ਦੀ ਦੁਨੀਆ ਹੈ, ਸਾਈਬਰ ਜਿਹੜੀ ਹੈ ਸਿਕਿਉਰਿਟੀ ਕਿੰਨੀ ਕੀ ਟਾਈਟ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਚੀਜ਼ਾਂ ਨੇ, ਹੈਕਿੰਗ ਹੁੰਦੀ ਹੈ, ਤੁਹਾਨੂੰ ਕਾਲਸ ਵੀ ਆਉਂਦੇ, ਸਾਈਬਰ ਦੇ ਥਰੂ ਜਿਹੜਾ ਕ੍ਰਾਈਮ ਹੈ ਉਹ ਵੱਧ ਰਿਹਾ ਹੈ। ਇਹਨਾਂ ਚੀਜ਼ਾਂ ਦੇ ਵਿੱਚ, ਇਹਨਾਂ ਸਾਰੀ ਚੀਜ਼ਾਂ ਦੇ ਵਿੱਚ ਇਹ ਵੀ ਸੋਚਣ ਦੀ ਲੋੜ ਹੈ ਕਿ ਚਾਈਲਡ ਪੋਰਨੋਗ੍ਰਾਫੀ ਕਿੰਨੀ ਕੀ ਗਲਤ ਹੈ ਤੇ ਤੁਸੀਂ ਜੇਕਰ ਸਰਚ ਵੀ ਕਰਦੇ ਹੋ ਤੇ ਬੇਹੱਦ ਹੀ ਜ਼ਿਆਦਾ ਖਤਰਨਾਕ ਇਸ ਦੇ ਜਿਹੜੇ ਕੌਨਸੀਕੁਐਂਸਿਸ ਤੁਹਾਨੂੰ ਭੁਗਤਣੇ ਪੈ ਸਕਦੇ ਆ। ਹੁਣ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਵਕੀਲ ਨੇ ਅਭਿਸ਼ੇਕ ਮਲਹੋਤਰਾ। ਅਭਿਸ਼ੇਕ, ਸਵਾਗਤ ਹੈ ਤੁਹਾਡਾ ਪੰਜਾਬ ਟੁਡੇ ਦੇ ਵਿੱਚ। ਮੈਂ ਗੱਲ ਕਰ ਰਹੀ ਸੀ ਚਾਈਲਡ ਪੋਰਨੋਗ੍ਰਾਫੀ ਦੀ। ਕਈ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਜਿਹੜੀ ਚੀਜ਼ ਗੂਗਲ ਤੇ ਸਰਚ ਕਰ ਰਹੇ ਹੋ ਆਟੋਮੈਟਿਕਲੀ ਉਹ ਉਸ ਚੀਜ਼ ਦੇ ਵਿੱਚ ਅਪਰਾਧੀ ਬਣ ਰਹੇ ਹੈ। ਹੁਣ ਪੰਜਾਬ ਦੇ ਵਿੱਚ ਵੀ ਇੱਕ ਡੇਟਾ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਵਿੱਚ 9000 ਲੋਕਾਂ ਨੇ ਜਿਹੜਾ ਗੂਗਲ ਤੇ ਜਾ ਕੇ ਚਾਈਲਡ ਪੋਰਨੋਗ੍ਰਾਫੀ ਸਰਚ ਕੀਤਾ ਹੈ। ਇਹ ਡਾਟਾ ਕੀ ਸ਼ੋ ਕਰਦਾ ਹੈ? ਗੁੱਡ ਮਾਰਨਿੰਗ। ਸਭ ਤੋਂ ਪਹਿਲਾਂ ਗੁੱਡ ਮਾਰਨਿੰਗ ਸਾਰਿਆਂ ਨੂੰ। ਤੇ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਚਾਈਲਡ ਪੋਰਨੋਗ੍ਰਾਫੀ ਦੀ, ਤੁਸੀਂ ਕਹਿ ਰਹੇ ਹੋ ਕਿ ਗੂਗਲ ਤੇ ਕੋਈ ਵੀ ਬੰਦਾ ਸਰਚ ਕਰਦਾ ਹੈ ਤੇ ਉਹ ਆਬਸੀਨ ਕੰਟੈਂਟ ਜਾਂ ਇਹੋ ਜਿਹਾ ਕੰਟੈਂਟ ਨਿਕਲ ਜਾਂਦਾ ਜਿਹੜਾ ਕਿ ਨਹੀਂ ਦੇਖਣਾ ਚਾਹੀਦਾ। ਇਹ ਐਕਚੁਅਲੀ ਕੁਝ ਸਾਈਟਸ ਨੇ ਜਿਹੜੀ ਕਿ ਵੈਸੇ ਪ੍ਰੋਟੋਕੋਲ ਬੈਂਡ ਹੁੰਦੀਆਂ ਗੂਗਲ ਤੇ, ਲੇਕਿਨ ਇਹ ਕ੍ਰੇਜ਼ ਇੰਨਾ ਹੋ ਗਿਆ ਬੱਚਿਆਂ ਨੂੰ ਕਿ ਇਹੋ ਜਿਹੀ ਚੀਜ਼ਾਂ ਦਾ, ਇਹੋ ਜਿਹੇ ਕੰਟੈਂਟ ਦਾ ਕਿ ਉਹ ਖੋਲ ਲੈਂਦੇ ਨੇ ਤੇ ਦੇਖ ਲੈਂਦੇ ਨੇ, ਜਿਹੜੀ ਕਿ ਗਲਤ ਹੈ। ਤੇ ਇਹ ਜਿਹੜੀ ਸਾਈਟਸ ਨੇ ਇਹ ਵੈਸੇ ਤਾਂ ਬੈਂਡ ਹੀ ਹੁੰਦੀਆਂ, ਲੇਕਿਨ ਕਈ ਵਾਰ ਇਹਨਾਂ ਦੇ ਸਰਵਰ ਓਪਨ ਹੋ ਜਾਂਦੇ ਨੇ ਤੇ ਇਹ ਬੜੇ ਈਜ਼ੀਲੀ ਐਕਸੈਸ ਕਰ ਲੈਂਦੇ ਨੇ ਬੱਚੇ ਤੇ ਇਹ ਦੇਖ ਕੇ ਇਹਨਾਂ ਦਾ ਫਿਰ ਮਾਈਂਡ ਜਿਹੜਾ ਹੈਗਾ ਉਹ ਡਾਇਵਰਟ ਜਾ ਹੋ ਜਾਂਦਾ। ਲੇਕਿਨ ਅਭਿਸ਼ੇਕ, ਜਿਹੜੇ ਲੋਕ ਇਹ ਦੇਖ ਰਹੇ ਹੈ, ਕਿਉਂਕਿ ਗੂਗਲ ਨੇ ਜਿਹੜਾ ਇੱਕ ਡੇਟਾ ਸਰਚ ਕੀਤਾ ਹੈ ਪੰਜਾਬ ਪੁਲਿਸ ਦੀ ਸਾਈਬਰ ਸੈੱਲ ਦੇ ਨਾਲ, ਉਸ ਵਿੱਚ ਕਿਹਾ ਹੈ ਕਿ ਕੁਝ ਲੋਕਾਂ ਦੇ ਨਾਂ ਉਹਨਾਂ ਨੇ ਦਿੱਤੇ, ਲਿਸਟ ਦਿੱਤੀ ਹੈ ਕਿ ਇਨ ਲੋਕਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਗੂਗਲ ਤੇ ਸਰਚ ਕੀਤਾ ਹੈ ਤੇ ਉਹਨਾਂ ਦੇ ਖਿਲਾਫ 100 ਦੇ ਕਰੀਬ ਲੋਕਾਂ ਦੇ ਨਾਂ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਖਿਲਾਫ FIR ਵੀ ਦਰਜ ਕੀਤੀ ਗਈ ਹੈ। ਹਾਂਜੀ, ਦੇਖੋ ਜਿਹੜੀ ਆਬਸੀਨ ਕੰਟੈਂਟ ਹੈਗੀ ਹੈ ਇਹ ਪਨਿਸ਼ੇਬਲ ਅਫੈਂਸ ਹੈਗਾ ਆਪਣਾ ਇੰਡੀਅਨ ਪੀਨਲ ਕੋਡ ਵਿੱਚ ਵੀ ਤੇ IT ਐਕਟ, ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਵਿੱਚ ਵੀ ਇਹ ਪ੍ਰਾਵਧਾਨ ਹੈਗਾ ਕਿ ਸੈਕਸ਼ਨ 66 ਇਹ ਗੱਲ ਕਰਦਾ ਹੈ ਕਿ ਜੇ ਵੀ ਤੁਸੀਂ ਇਹੋ ਜਿਹਾ ਤੁਸੀਂ ਕੋਈ ਆਫੈਂਸ ਕਰਦੇ ਹੋ, ਪਨਿਸ਼ਮੈਂਟ ਹੁੰਦੀ ਹੈ ਅੰਡਰ ਸੈਕਸ਼ਨ 66 ਕਿ ਜੇ ਤੁਸੀਂ ਆਬਸੀਨ ਮੈਸੇजेस ਥਰੂ ਕਮਿਊਨੀਕੇਸ਼ਨ ਕਿਸੇ ਨੂੰ ਸੈਂਡ ਕਰਦੇ ਹੋ ਜਾਂ ਟਰਾਂਸਮਿਟ ਕਰਦੇ ਹੋ ਕਿਸੇ ਨੂੰ ਤੇ ਇਟ ਇਜ਼ ਆਫੈਂਸ ਅੰਡਰ ਸੈਕਸ਼ਨ 66 ਤੇ ਇਹ IPC ਵਿੱਚ ਵੀ ਆਫੈਂਸ ਹੈ ਅੰਡਰ ਸੈਕਸ਼ਨ 293 ਦੈਟ ਇਜ਼ ਸੇਲ ਆਫ ਆਬਸੀਨ ਆਬਜੈਕਟਸ ਟੂ ਯੰਗ ਪਰਸਨ। ਜਿਹੜਾ ਤੁਸੀਂ ਸੈਲ ਕਰਦੇ ਹੋ, ਡਿਸਟ੍ਰੀਬਿਊਟ ਕਰਦੇ ਹੋ ਐਨੀ ਮਟੀਰੀਅਲ ਕਿਸੇ ਵੀ ਬੱਚੇ ਨੂੰ ਜਿਹੜਾ ਕਿ ਆਬਸੀਨ ਹੁੰਦਾ ਹੈ, ਇਟ ਇਜ਼ ਐਨ ਅਫੈਂਸ ਐਂਡ ਇਟ ਇਜ਼ ਪਨਿਸ਼ੇਬਲ ਅੰਡਰ IPC। ਇਹ ਪਨਿਸ਼ੇਬਲ ਅਫੈਂਸ ਨੇ ਤੇ ਜੇ ਵੀ ਤੁਸੀਂ ਕਿਸੇ ਨੂੰ ਇਹੋ ਜਿਹਾ ਕੰਟੈਂਟ ਭੇਜੋਗੇ ਯੰਗ ਬੱਚੇ ਨੂੰ ਜਿਹੜਾ ਕਿ ਉਹਦੇ ਮਾਈਂਡ ਨੂੰ ਖਰਾਬ ਕਰੇਗਾ, ਯੈਸ ਇਹ FIR ਤੇ ਹੋ ਜਾਏਗੀ। ਮਾਈਂਡ ਸੈਟ ਕੀ ਰਹਿੰਦਾ ਹੈ ਜਦ ਵੈਸੇ ਤਾਂ ਪੌਰਨ ਸਾਈਟ ਸਾਰੀ ਜਿਹੜੀ ਹੈ ਉਹ ਬੈਨ ਨੇ, ਲੇਕਿਨ ਚਾਈਲਡ ਪੋਰਨ ਦੇ ਪ੍ਰਤੀ ਜਿਹੜਾ ਕ੍ਰੇਜ਼ ਹੈ ਜਾਂ ਕਹੀਏ ਇੱਕ ਉਹਨਾਂ ਨੂੰ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਇੱਕ ਤਰੀਕੇ ਦੇ ਨਾਲ ਅਪਰਾਧ ਕਰ ਰਹੇ ਹਨ। ਅਵੇਅਰਨੈਸ ਨਹੀਂ ਹੈਗੀ। ਸਭ ਤੋਂ ਵੱਡੀ ਚੀਜ਼ ਜਿਹੜੀ ਹੁੰਦੀ ਹੈ ਅਵੇਅਰਨੈਸ ਦੀ ਗੱਲ ਹੈ ਕਿ ਬੱਚੇ ਨੂੰ ਅਗਰ ਕੋਈ ਅਵੇਅਰ ਕੀਤਾ ਜਾਵੇ ਕਿ ਇਹ ਚੀਜ਼ ਪਨਿਸ਼ੇਬਲ ਅਫੈਂਸ ਹੈ, ਇਹ ਚੀਜ਼ ਤੁਸੀਂ ਟਰਾਂਸਮਿਟ ਨਹੀਂ ਕਰਨੀ ਤੇ ਦੇਖਦੇ ਤਾਂ ਚਲੋ ਠੀਕ ਹੈ, ਦੇਖ ਲੈਂਦੇ ਨੇ, ਈਜ਼ੀਲੀ ਅਵੇਲੇਬਲ ਹੈ ਇੰਟਰਨੈਟ ਤੇ, ਇੰਟਰਨੈਟ ਇਜ਼ ਵੈਰੀ ਚੀਪਰ ਐਕਸੈਸ ਟੂ ਆਲ ਥੀਸ ਥਿੰਗਸ। ਜੇ ਇੰਟਰਨੈਟ ਤੇ ਅਵੇਲੇਬਲ ਹੋਏਗਾ, ਮੋਬਾਈਲ ਫੋਨ ਤਾਂ ਹੁਣ ਸਾਰਿਆਂ ਕੋਲ ਹੀ ਹੈ। 10th ਕਲਾਸ ਦੇ ਬੱਚੇ ਕੋਲ ਵੀ ਸਾਰਾ ਕਰੋਨਾ 'ਚ ਸਾਰਾ ਕੰਮ ਹੀ ਮੋਬਾਈਲ ਫੋਨ ਤੇ ਹੋਇਆ, ਆਨਲਾਈਨ ਕਲਾਸਿਸ ਤੇ ਟਰਾਂਸਮਿਟ ਇੱਕ ਦੂਜੇ ਨੂੰ ਭੇਜ ਵੀ ਦਿੰਦੇ ਨੇ, ਬਹੁਤ ਈਜ਼ੀ ਐਕਸੈਸ ਅੱਜ ਕੱਲ੍ਹ WhatsApp ਜਾਂ ਹੋਰ ਵੀ ਮੈਸੇਜਿੰਗ ਸਾਈਟਸ ਨੇ, ਭੇਜ ਵੀ ਦਿੰਦੇ ਨੇ, ਲੇਕਿਨ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੈਗੀ ਜਿਹੜਾ ਆਪਣਾ ਯੂਥ ਹੈ ਕਿ ਇਹ ਜਿਹੜਾ ਆਪਾਂ ਚੀਜ਼ ਕਿਸੇ ਨੂੰ ਭੇਜ ਰਹੇ ਹਾਂ ਕਿ ਆਫੈਂਸ ਹੈਗਾ ਕਿ ਨਹੀਂ ਹੈਗਾ। ਇਸ ਕਰਕੇ ਉਹ ਇਸ ਚੀਜ਼ ਦਾ ਸ਼ਿਕਾਰ ਵੀ ਬਣ ਜਾਂਦੇ।
ਲੇਕਿਨ ਇੱਕ ਚੀਜ਼ ਇਹ ਵੀ ਹੈ ਕਿ ਇਸ ਦੇ ਜ਼ਰੀਏ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੀ ਅਸੀਂ ਕੁਝ ਵੀ ਸਰਚ ਕਰਦੇ ਹਾਂ ਤੇ ਗੂਗਲ ਜਿਹੜਾ ਹੈ ਉਹ ਦੇਖਦਾ ਹੈ ਕਿ ਅਸੀਂ ਕੀ ਕੁਝ ਸਰਚ ਕਰ ਰਹੇ ਹਾਂ। ਹਾਂ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਜੋ ਵੀ ਤੁਸੀਂ ਸਰਚ ਕਰਦੇ ਹੋ ਉਹ ਗੂਗਲ ਦੀ ਹਿਸਟਰੀ 'ਚ ਥੋੜਾ ਸਟੋਰ ਹੋ ਜਾਂਦਾ ਹੈ, ਤੁਸੀਂ ਕੀ ਸਰਚ ਕਰ ਰਹੇ ਹੋ। ਜਿਵੇਂ WhatsApp ਤੇ ਤੁਸੀਂ ਕੋਈ ਚੀਜ਼ ਭੇਜਦੇ ਹੋ, WhatsApp ਕਲੇਮ ਕਰਦਾ ਹੈ ਕਿ ਉਹ ਐਂਡ ਟੂ ਐਂਡ ਇਨਕ੍ਰਿਪਸ਼ਨ ਹੈ। ਇਟ ਮੀਨਸ ਜੇ ਮੈਂ ਤੁਹਾਨੂੰ ਕੋਈ ਹਾਈ ਦਾ ਮੈਸੇਜ ਭੇਜਾਂਗਾ, ਉਹ ਮੇਰੇ ਤੇ ਤੁਹਾਡੇ ਵਿੱਚ ਹੀ ਰਹੇਗਾ, WhatsApp ਨੂੰ ਐਕਸੈਸ ਨਹੀਂ ਕਰੇਗੀ। WhatsApp ਇਹ ਚੀਜ਼ ਕਲੇਮ ਕਰਦੀ ਹੈ, ਲੇਕਿਨ ਇਹ ਚੀਜ਼ ਗੂਗਲ ਦੇ ਕਿਤੇ ਨਾ ਕਿਤੇ ਵਿੱਚ ਸਟੋਰ ਹੋ ਜਾਂਦਾ ਹੈ, ਗੂਗਲ ਦੇ ਸਰਵਰ ਵਿੱਚ, ਤੇ ਬਾਅਦ 'ਚ ਉਹ ਰਿਕਾਰਡ ਤਾਂ ਗੂਗਲ ਵਿੱਚ, ਤੇ ਇਹ ਚੀਜ਼ਾਂ ਰਹਿ ਜਾਂਦੀ। ਤੇ ਅਸੀਂ IT ਦੀ ਗੱਲ ਕਰਦੇ ਹਾਂ, ਅਸੀਂ ਟੈਕਨੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਚਲੇ ਗਏ ਹਾਂ, ਲੇਕਿਨ ਸਹੀ ਮਾਇਨੇ ਦੇ ਵਿੱਚ ਕੀ ਅਸੀਂ ਚੰਗੀ ਤਰੀਕੇ ਦੇ ਨਾਲ ਇਸ ਕੰਟੈਂਟ ਦਾ ਜਾਂ ਇਸ ਟੈਕਨੋਲੋਜੀ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ? ਇਹ ਤਾਂ ਜੀ ਯੂਜ਼ ਕਰਨ ਵਾਲੇ ਦੇ ਉੱਪਰ ਹੁੰਦਾ ਹੈ। ਕਈ ਵਾਰ ਟੈਕਨੋਲੋਜੀ ਦੇਖੋ ਹਾਰਮਫੁਲ ਇਫੈਕਟਸ ਵੀ ਤੇ ਪੋਜ਼ਿਟਿਵ ਇਫੈਕਟਸ ਤੇ ਨੈਗੇਟਿਵ ਇਫੈਕਟਸ ਦੋਨੋਂ ਹੁੰਦੇ ਨੇ ਹਰ ਚੀਜ਼ਾਂ ਦੇ। ਇਹ ਤਾਂ ਸਾਡੇ ਦੇ ਉੱਪਰ ਹੈ ਕਿ ਅਸੀਂ ਉਹਨੂੰ ਕਿਸ ਤਰੀਕੇ ਨਾਲ ਯੂਜ਼ ਕਰਦੇ ਹਾਂ ਤੇ ਅਸੀਂ ਕਿੰਨਾ ਬੈਨੀਫਿਟ ਟੈਕਨੋਲੋਜੀ ਦਾ ਲੈਂਦੇ ਹਾਂ। ਹੁਣ ਦੇਖੋ ਜਿਵੇਂ ਤੁਸੀਂ ਤੇ ਅਸੀਂ ਗੱਲ ਕਰ ਰਹੇ ਹਾਂ, ਘਰੇ ਬੈਠੇ ਵੀ ਟੈਕਨੋਲੋਜੀ ਅਸੀਂ ਯੂਜ਼ ਕਰ ਰਹੇ ਹਾਂ, ਠੀਕ ਹੈ। ਇਹ ਚੀਜ਼ ਤੇ ਸਟੂਡੈਂਟਸ ਦੇ ਉੱਪਰ ਹੈ, ਪੇਰੈਂਟਸ ਦੇ ਉੱਪਰ ਹੈ ਕਿ ਵੀ ਉਹ ਕਿਵੇਂ ਉਹਨਾਂ ਨੂੰ ਗਾਈਡ ਕਰਦੇ ਨੇ, ਤੇ ਬੱਚਾ ਕਿੰਨਾ ਅਵੇਅਰ ਹੈ, ਕਿੰਨਾ ਇੰਟੈਲੀਜੈਂਟ ਹੈ ਤੇ ਕਿੰਨਾ ਮੈਚਿਓਰਡ ਹੈ। ਉਹਦੀ ਮੈਚਿਓਰਿਟੀ ਕਿੰਨੀ ਜਲਦੀ ਹੈ ਕਿ ਉਹਨੂੰ ਪਤਾ ਹੈ ਕਿ ਇਹ ਸਭ ਚੀਜ਼ਾਂ ਗਲਤ ਹੈ ਤੇ ਮੈਂ ਇਹ ਸਭ ਗਲਤ ਕੰਮਾਂ 'ਤੇ ਨਹੀਂ ਪੈਣਾ। ਇਹ ਉਹਦੀ ਮੈਚਿਓਰਿਟੀ ਲੈਵਲ ਵੀ ਹੈ ਤੇ ਇਹ ਬਹੁਤ ਜ਼ਿਆਦਾ ਇਫੈਕਟ ਕਰਦੀ। ਇਹ ਤੁਹਾਡੇ ਯੂਜ਼ 'ਤੇ ਹੈ ਕਿ ਤੁਸੀਂ ਉਹਨੂੰ ਕਿਵੇਂ ਯੂਜ਼ ਕਰਦੇ ਹੋ। ਜੀ ਅੱਛਾ ਅਭਿਸ਼ੇਕ, ਇੱਕ ਹੋਰ ਗੱਲ, ਤੁਸੀਂ ਕੋਰਟ ਦੇ ਵਿੱਚ ਵੀ ਦੇਖਦੇ ਹੋ ਕਿੰਨੇ ਅਜਿਹੇ ਕੇਸਿਸ ਸਾਹਮਣੇ ਆਉਂਦੇ ਨੇ ਕਿ ਜਿੱਥੇ ਚਾਈਲਡ ਪੋਰਨੋਗ੍ਰਾਫੀ ਦੇ ਰਿਲੇਟਡ ਕੇਸਿਸ ਕਿੰਨੇ ਕੀ ਆਉਂਦੇ ਨੇ ਕੋਰਟ 'ਚ। ਸੈਕਸ਼ਨ 66 ਦੀ FIRs ਬਹੁਤ ਜ਼ਿਆਦਾ ਦੇਖੀ ਜਾਂਦੀ ਹੈ, ਜਿਹੜੀ ਕਿ ਇਹ ਚੀਜ਼ ਨਾਲ ਹੀ ਰਿਲੇਟਡ ਹੈ, ਚਾਈਲਡ ਪੋਰਨੋਗ੍ਰਾਫੀ ਨਾਲ, ਸੈਕਸ਼ੂਅਲ ਕੰਟੈਂਟ ਇੱਕ ਦੂਜੇ ਨੂੰ ਟ੍ਰਾਂਸਫਰ ਕਰਨਾ। ਇਹ ਕੇਸਿਸ ਬਹੁਤ ਜ਼ਿਆਦਾ ਆਉਂਦੇ ਨੇ ਕੋਰਟ 'ਚ, ਤੇ ਜਦੋਂ ਵੀ ਕੋਈ ਵੀ ਇਹੋ ਜਿਹਾ ਆਬਸੀਨ ਦਾ ਪਰਚਾ ਹੋ ਜਾਂਦਾ, ਇਹ ਸੈਕਸ਼ਨ ਤਾਂ ਲੱਗਿਆ ਹੀ ਹੁੰਦਾ। ਤੇ IPC ਦੇ ਵੀ ਕਈ ਵਾਰ ਸੈਕਸ਼ਨ ਜੁੜ ਜਾਂਦੇ ਨੇ। ਜੇ ਤੁਸੀਂ ਕੋਈ ਸੇਲ ਕਰਦੇ ਹੋ, ਪਰਚੇਜ਼ ਕਰਦੇ ਹੋ, ਕੋਈ CD ਭੇਜਦੇ ਹੋ, DVD ਭੇਜਦੇ ਹੋ, ਵੇਚਦੇ ਹੋ ਕਿਸੇ ਨੂੰ, ਕਿਸੇ ਛੋਟੇ ਬੱਚੇ ਨੂੰ, ਜਾਂ ਪਤਾ ਚੱਲ ਜਾਂਦਾ ਹੈ ਇਹੋ ਜਿਹਾ ਸਕੈਮ ਬਾਹਰ ਆਉਂਦਾ ਹੈ ਕਿ ਆਬਸੀਨ ਕੰਟੈਂਟ ਤੁਸੀਂ ਸੇਲ ਪਰਚੇਜ਼ ਕਰ ਰਹੇ ਹੋ, ਤੇ ਇਹ ਸੈਕਸ਼ਨਸ ਵੀ ਐਡ ਆਨ ਹੋ ਜਾਂਦੇ ਨੇ। ਇਹ ਕਾਮਨ ਸੈਕਸ਼ਨਸ ਨੇ, ਇਹ ਮਿਲਦੇ ਨੇ ਕੋਰਟ 'ਚ ਦੇਖਣ ਨੂੰ। ਤੇ ਅਜਿਹੇ ਕੇਸਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੋਰਟ ਡੀਲ ਕਰਦੀ ਹੈ? ਕਿ ਉਹ ਜਨਰਲ ਕੋਰਟਸ ਹੁੰਦੇ ਨੇ ਜਾਂ ਸਪੈਸ਼ਲ ਕੋਰਟਸ ਉਹਨਾਂ ਦੇ ਲਈ ਬਣਾਈ ਜਾਂਦੀ ਹੈ? ਜਿਵੇਂ ਪੋਸਕੋ ਦੇ ਲਈ ਅਸੀਂ ਦੇਖਦੇ ਹਾਂ ਕਿ ਅਲੱਗ ਤੋਂ ਕੋਰਟਸ ਹੁੰਦੇ ਨੇ ਅਜਿਹੇ ਕੇਸਿਸ ਦੇ ਲਈ। IT ਐਕਟ ਦੀ ਨਾਰਮਲ ਕੋਰਟਸ ਹੀ ਨੇ, ਕੋਈ ਸਪੈਸ਼ਲ ਕੋਰਟ ਨਹੀਂ ਹੈ। ਨਾਰਮਲ ਕੋਰਟ 'ਚ ਹੀ ਬੇਲ ਐਪਲੀਕੇਸ਼ਨ ਲੱਗਦੀ ਹੈ ਤੇ ਨਾਰਮਲ ਕੋਰਟ 'ਚ ਟ੍ਰਾਇਲ ਚੱਲਦਾ ਹੈ। ਜੇ ਇਹ ਪੋਸਕੋ ਐਕਟ ਦਾ ਆਫੈਂਸ ਕਨਵਰਟ ਹੁੰਦਾ ਹੈ ਕਿਸੇ ਚਾਈਲਡ ਨਾਲ, ਪੋਸਕੋ ਦੀ ਵੀ ਧਾਰਾ ਲੱਗੀਆਂ ਹੁੰਦੀਆਂ, IT ਐਕਟ ਦੀ ਵੀ ਧਾਰਾ ਲੱਗੀਆਂ ਹੁੰਦੀਆਂ, ਫਿਰ ਦੈਨ ਇਟ ਇਜ਼ ਸਪੈਸ਼ਲ ਕੋਰਟ, ਇਜ਼ ਅ ਕੈਮਰਾ ਟ੍ਰਾਇਲ, ਅਦਰਵਾਈਜ਼ ਇਹ ਓਪਨ ਕੋਰਟ ਵਿੱਚ ਡੀਲ ਹੁੰਦੀ। ਯੈਸ। ਤੇ ਖਾਸ ਕਰ ਪੋਕਸੋ ਦੀ ਗੱਲ ਕੀਤੀ ਜਾਏ, ਉਹਦੇ ਕਿੰਨੇ ਕੀ ਕੇਸਿਸ ਆਉਂਦੇ ਨੇ ਰੋਜ਼ਾਨਾ? ਅਗਰ ਗੱਲ ਕਰੀਏ ਰਜਿਸਟਰਡ ਕਿੰਨੇ ਕੀ ਹੁੰਦੇ ਨੇ? ਅਨਰਜਿਸਟਰਡ ਤਾਂ ਬਹੁਤ ਜ਼ਿਆਦਾ ਨੇ, ਲੇਕਿਨ ਰਜਿਸਟਰਡ ਕਿੰਨੇ ਕੀ ਕੇਸਿਸ ਹੁੰਦੇ ਆ ਅਭਿਸ਼ੇਕ? ਮੇਰੇ ਕੋਲ ਇਸ ਟਾਈਮ ਕੋਈ ਕਰੰਟ ਫਿਗਰਸ ਨਹੀਂ ਹੈਗੀ ਜਿਹੜੀ ਮੈਂ ਤੁਹਾਨੂੰ ਐਗਜ਼ੈਕਟ ਦੱਸ ਸਕਦਾ। ਜੇ ਤੁਸੀਂ ਦੱਸੋ ਕਿ ਜਦ ਤੁਸੀਂ ਜਾਣਦੇ ਹੋ, ਜਨਰਲ ਅਸੀਂ ਗੱਲ ਕਰ ਲੈਂਦੇ ਹਾਂ ਕਿ ਕਿੰਨੇ ਕੀ ਕੇਸਿਸ ਰਜਿਸਟਰਡ ਹੁੰਦੇ ਹੋਣੇ, ਯਾਨੀ ਕਿ ਲੋਕੀ ਕਿੰਨੇ ਕੀ ਜ਼ਿਆਦਾ ਜਾਗਰੂਕ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਹੁਣ ਕਾਨੂੰਨ ਵੀ ਬਣ ਗਏ ਹੈ, ਕਾਨੂੰਨ ਬਣਨ ਤੋਂ ਬਾਅਦ ਵੀ ਕਿ ਲੋਕਾਂ ਨੂੰ ਡਰ ਹੈ ਇਸ ਚੀਜ਼ ਦਾ? ਹਾਂਜੀ, ਕਾਨੂੰਨ ਬਣਨ ਤੋਂ ਬਾਅਦ ਬਹੁਤ ਡਰ ਹੈ। ਹੁਣੇ ਦੇਖੋ ਰੀਸੈਂਟਲੀ ਪੈਨ ਇੰਡੀਆ ਦੀ ਗੱਲ ਕਰਾਂ, ਪੈਨ ਇੰਡੀਆ 'ਚ ਰੇਪ ਕੇਸਿਸ ਸਭ ਤੋਂ ਜ਼ਿਆਦਾ ਆਪਾਂ ਦੇਖ ਰਹੇ ਹਾਂ ਕਿ ਯੂਪੀ ਵਾਲੇ ਸਟੇਟ 'ਚ ਜ਼ਿਆਦਾ ਕੇਸਿਸ ਹੁੰਦੇ ਨੇ। ਤੇ ਸੈਕਸ਼ੂਅਲ ਅਫੈਂਸਿਸ ਜਿਹੜੇ ਪੋਸਕੋ ਐਕਟ ਹੈ, 50,000 ਕੇਸਿਸ ਰਜਿਸਟਰ ਹੋਏ ਨੇ 2020 'ਚ। ਇਹ ਫਿਗਰ ਹੈ, 50,000 ਕੇਸਿਸ 2020 'ਚ ਰਜਿਸਟਰ ਹੋਏ ਨੇ। ਆਲਮੋਸਟ 40-50,000 ਕੇਸਿਸ ਇੱਕ ਸਾਲ 'ਚ ਆ ਹੀ ਜਾਂਦੇ ਨੇ। ਤੇ ਯੂਪੀ 'ਚ ਰੀਸੈਂਟਲੀ ਥੋੜੇ ਦਿਨ ਪਹਿਲਾਂ ਹੀ, 1-2 ਦਿਨ ਪਹਿਲਾਂ ਹੀ ਮੈਂ ਖਬਰ ਪੜ੍ਹ ਰਿਹਾ ਸੀ ਕਿ ਇੱਕ ਦਲਿਤ ਬੱਚੀ ਦਾ ਵੀ ਉਹਨੂੰ ਵੀ ਇਹੋ ਜਿਹਾ ਪੋਸਕੋ ਵਿੱਚ ਰੇਪ ਹੋਇਆ ਉਹਦਾ, ਤੇ ਲਖੀਮਪੁਰ ਖੇਰੀ ਦਾ ਇੰਸੀਡੈਂਟ ਸੀ। ਤੇ ਇਹ ਕੇਸਿਸ ਆਉਂਦੇ ਨੇ ਮੈਮ, 50,000 ਦੀ 40-50,000 ਕੇਸਿਸ ਇੱਕ ਸਾਲ ਦੀ ਐਵਰੇਜ ਹੁੰਦੀ ਹੈ ਇੱਕ ਸਾਲ 'ਚ ਪੋਸਕੋ ਦੇ ਕੇਸਿਸ। ਠੀਕ ਹੈ। ਤੇ ਇਹਨਾਂ ਕੇਸਿਸ ਦੇ ਵਿੱਚ ਜਿਹੜਾ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰੀ ਹੈ, ਉਹਨਾਂ ਦਾ ਕਿੰਨਾ ਕੀ ਰੋਲ ਹੁੰਦਾ ਹੈ? ਉਹ ਕਿਹੜੀ ਭੂਮਿਕਾ ਕਿਸ ਤਰੀਕੇ ਦੀ ਭੂਮਿਕਾ ਨਿਭਾਉਂਦੇ ਨੇ ਉਹ? ਦੇਖੋ, ਜਿਹੜੀ ਮਿਨਿਸਟਰੀਜ਼ ਹੈ, ਜਿਹੜੇ ਡਿਪਾਰਟਮੈਂਟਸ ਹੈ, ਉਹਨਾਂ ਦਾ ਕੰਮ ਹੁੰਦਾ ਹੈ ਲਾਅ ਨੂੰ ਬਣਾਉਣਾ। ਲੈਜਿਸਲੇਟਿਵ ਡਿਪਾਰਟਮੈਂਟ ਹੁੰਦਾ ਲਾਅ ਨੂੰ ਕ੍ਰੀਏਟ ਕਰਨਾ। ਪੋਸਕੋ ਐਕਟ ਹੁਣ ਪਾਰਲੀਮੈਂਟ ਨੇ ਕ੍ਰੀਏਟ ਕੀਤਾ, IPC ਪਾਰਲੀਮੈਂਟ ਨੇ ਕ੍ਰੀਏਟ ਕੀਤਾ। ਐਕਟ ਦੀ ਇਨਫੋਰਸਮੈਂਟ ਕਰਵਾਉਣਾ ਕੰਮ ਹੁੰਦਾ ਹੈ ਐਗਜ਼ੀਕਿਊਟਿਵ ਦਾ, ਜਿਹੜੇ ਆਪਣੇ DCs ਨੇ, SDMs ਨੇ, ਇਹਨਾਂ ਨੇ ਐਗਜ਼ੀਕਿਊਟ ਕਰਨਾ ਹੈ।
ਲਾਅ ਨੂੰ ਬਣਾਉਣਾ ਹੈ। ਤੇ ਜਿਹੜੇ ਆਪਣੇ ਡਿਪਾਰਟਮੈਂਟਸ ਨੇ ਇਹ ਲਾਅ ਕਿੰਨਾ ਸਟਰੋਂਗ ਰੱਖਦੇ ਨੇ, ਪਨਿਸ਼ਮੈਂਟ ਕਿੰਨੀ ਸਟਰੋਂਗ ਰੱਖਦੇ ਨੇ, ਲੋਕਾਂ ਵਿੱਚ ਕਿੰਨਾ ਡਰ ਹੁੰਦਾ ਹੈ, ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਜੇ ਡਰ ਮੇਨਟੇਨ ਹੋਏਗਾ ਆਫੈਂਸ ਨਹੀਂ ਹੋਏਗਾ। ਜੇ ਸਜ਼ਾ ਛੋਟੀ ਹੋਏਗੀ, ਡਰ ਮੇਨਟੇਨ ਨਹੀਂ ਹੋਏਗਾ, ਈਜ਼ੀਲੀ ਬ੍ਰੇਕ ਆਫੈਂਡਰ ਈਜ਼ੀਲੀ ਬ੍ਰੇਕ ਕਰ ਦੇਗਾ। ਜਿਹੜੀ ਮਿਨਿਸਟਰੀਜ਼ ਹੁੰਦੀ ਹੈ ਇਹਨਾਂ ਦਾ ਰੋਲ ਇਹ ਹੁੰਦਾ ਹੈ ਕਿ ਕਾਨੂੰਨ ਬਹੁਤ ਸਟਰੋਂਗ ਰੱਖੀਏ ਸੋ ਦੈਟ ਇਹਨਾਂ ਦਾ ਡਰ ਤੇ ਜਿਹੜੇ ਵੀ ਅਫੈਂਡਰ ਹੈ ਉਹ ਸੋਚ ਸਮਝ ਕੇ ਕ੍ਰਾਈਮ ਕਰੇ ਕਿ ਜਿਹੜੀ ਵੀ ਪਨਿਸ਼ਮੈਂਟ ਹੈ ਉਹ ਬਹੁਤ ਲੰਬੀ ਹੈ ਤੇ ਇੱਕ ਫੀਅਰ ਫੈਕਟਰ ਹੋਣਾ ਚਾਹੀਦਾ ਉਹਦੇ ਵਿੱਚ, ਅਫੈਂਡਰ ਦੇ ਵਿੱਚ, ਸੋ ਦੈਟ ਉਹ ਕ੍ਰਾਈਮ ਨਾ ਕਰੇ। ਇਹ ਉਹਨਾਂ ਦੀ ਭੂਮਿਕਾ ਹੁੰਦੀ ਹੈ ਲੈਜਿਸਲੇਟਿਵ ਡਿਪਾਰਟਮੈਂਟ। ਅਸੀਂ ਸਾਈਬਰ ਸਿਕਿਉਰਿਟੀ ਦੀ ਗੱਲ ਕਰਦੇ ਹਾਂ ਜਾਂ ਸਾਈਬਰ ਜਿਹੜੇ ਕ੍ਰਾਈਮ ਹੈ ਉਹਨਾਂ ਦੀ ਗੱਲ ਕਰਦੇ ਹਾਂ, ਤੇ ਸਾਡੀ ਜਿਹੜੀ ਪੁਲਿਸ ਹੈ ਉਹਨਾਂ ਦਾ ਕਿੰਨਾ ਕੀ ਅਹਿਮ ਰੋਲ ਹੈ ਤੇ ਕਿੰਨੇ ਕੀ ਜ਼ਿਆਦਾ ਉਹਨਾਂ ਨੂੰ ਵੀ ਫਿਲਹਾਲ ਜਿਹੜੀ ਟੈਕਨੋਲੋਜੀ, ਕਿਉਂਕਿ ਜਿਹੜੇ ਹੈਕਰਸ ਹੁੰਦੇ ਆ ਜਾਂ ਜਿਹੜੇ ਕ੍ਰਾਈਮ ਕਰਦੇ ਆ ਉਹ ਕਹਿੰਦੇ ਨੇ ਕਿ ਅੱਛੇ ਉਹਨਾਂ ਦੇ ਕੋਲ ਜਿਹੜੇ ਇਕਵਿਪਮੈਂਟਸ ਹੁੰਦੇ ਜਾਂ ਉਹ ਜਿਹੜੀ ਉਹਨਾਂ ਦੀ ਜਿਹੜੇ ਹੈਕਰਸ ਹੁੰਦੇ ਉਹ ਕਾਫੀ ਅੱਛਾ ਕੰਟੈਂਟ ਹੈਕ ਵੀ ਕਰ ਲੈਂਦੇ ਆ। ਉਹ ਕੇਸਿਸ ਕਈ ਵਾਰੀ ਜਿਹੜੇ ਆ ਸਾਡੀ ਪੁਲਿਸਿੰਗ ਜਿਹੜੀ ਹੈ ਉਹ ਨਹੀਂ ਕੈਚ ਕਰ ਪਾਉਂਦੇ। ਇਹ ਵੀ ਕਾਫੀ ਵਾਰ ਦੇਖਣ ਨੂੰ ਆਇਆ ਹੈ ਸਾਹਮਣੇ। ਦੇਖੋ, ਪੁਲਿਸ ਡਿਪਾਰਟਮੈਂਟ ਸਾਈਬਰ ਕ੍ਰਾਈਮ ਡਿਪਾਰਟਮੈਂਟ ਅਲੱਗ ਹੀ ਹੈ। ਜਦੋਂ ਵੀ ਇਹੋ ਜਿਹੇ ਕੇਸਿਸ ਹੁੰਦੇ ਨੇ ਸਿੱਧਾ ਆਪਾਂ ਰਿਪੋਰਟ ਸਾਈਬਰ ਕ੍ਰਾਈਮ ਜਾ ਕੇ ਇੱਕ ਆਪਾਂ ਰਿਪੋਰਟ ਦਿੰਦੇ ਆ ਸਾਈਬਰ ਸੈੱਲ ਵਿੱਚ ਜਾ ਕੇ, ਜਿਹਦੇ ਵਿੱਚ ਆਪਾਂ ਸਾਰੇ ਕੰਟੈਂਟਸ ਲਿਖਦੇ ਆ ਕਿ ਇਹ ਚੀਜ਼ ਹੋਈ ਹੈ। ਤੇ ਸਾਈਬਰ ਕ੍ਰਾਈਮ ਪੁਲਿਸ ਵੀ ਇੱਕ ਵਾਰ ਇਨਵੈਸਟੀਗੇਸ਼ਨ ਕਰਦੀ ਹੈ ਕਿ ਇਹ ਚੀਜ਼ ਕਿਵੇਂ ਹੋਈ। ਇਨਵੈਸਟੀਗੇਸ਼ਨ ਕਰਨ ਬਾਅਦ FIR ਕਰ ਦਿੰਦੀ ਹੈ। ਤੇ ਬਸ ਇਹੀ ਹੈ ਕਿ ਲੋਕਾਂ ਵਿੱਚ ਅਵੇਅਰਨੈਸ ਹੋਣਾ ਚਾਹੀਦਾ ਕਿ ਅਨਨੋਨ ਲਿੰਕਸ ਤੁਸੀਂ ਨਹੀਂ ਐਕਸੈਪਟ ਕਰਨੇ। ਹੁਣ RBI ਵੀ ਕਹਿੰਦੀ ਹੈ ਕਿ ਜੇ ਵੀ ਕੋਈ ਅਨਨੋਨ ਲਿੰਕ ਹੋਵੇ, OTP ਕੋਈ ਵੀ ਮੰਗੇ, ਕਿਸੇ ਵੀ ਤਰੀਕੇ ਦਾ ਸਕੈਮ ਹੋਵੇ, ਤੁਸੀਂ ਅਵੋਇਡ ਕਰੋ। ਕਿਸੇ ਵੀ ਤਰੀਕੇ ਦਾ ਪੈਸੇ ਦਾ ਤੁਹਾਡੀ ਲੋਟਰੀ ਲੱਗੀ ਹੈ, ਤੁਸੀਂ WhatsApp 'ਤੇ ਨੰਬਰ ਸੇਵ ਕਰਕੇ ਕਾਲ ਕਰੋ, ਜਾਂ ਕੋਈ ਇਹੋ ਜਿਹੀ ਚੀਜ਼, ਕੋਈ ਅਲਿਊਰਿੰਗ ਚੀਜ਼ ਹੋਵੇ, ਤੁਹਾਨੂੰ ਫਾਇਦਾ ਦੇ ਰਹੀ ਹੋਵੇ, ਕਦੇ ਵੀ ਇਹੋ ਜਿਹੀ ਚੀਜ਼ ਕਲਿੱਕ ਨਾ ਕਰੋ। ਉਹ ਤੁਹਾਡੇ ਲਈ ਹਾਰਮਫੁਲ ਹੈ ਤੇ ਹਾਰਮਫੁਲ ਹੈ। ਬਸ ਇਹੀ ਅਵੇਅਰਨੈਸ ਬਹੁਤ ਜ਼ਰੂਰੀ ਹੈ ਤੇ ਅਵੇਅਰਨੈਸ ਹੋਏਗੀ ਆਪਣੇ ਆਪ ਚੀਜ਼ਾਂ ਕੰਟਰੋਲ 'ਚ ਰਹਿਣਗੀਆਂ। ਖਾਸ ਕਰ ਜਿਹੜੀ ਚਾਈਲਡ ਪੋਰਨੋਗ੍ਰਾਫੀ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜੇ ਲੋਕ ਚਾਈਲਡ ਪੋਰਨ ਦੇਖਣਾ ਪਸੰਦ ਕਰਦੇ ਹੈ ਜਾਂ ਜਿਹੜੇ ਲੋਕ ਦੇਖਦੇ ਹੈ, ਕਿ ਉਹਨਾਂ ਦੀ ਕਾਉਂਸਲਿੰਗ ਵੀ ਜ਼ਰੂਰੀ ਹੈ ਕਿ ਆਖਿਰ ਉਹ ਅਜਿਹਾ ਕਿਉਂ ਕਰ ਰਹੇ? ਕਿਉਂਕਿ ਜੇਕਰ ਉਹ ਦੇਖ ਰਹੇ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਅਸੀਂ ਬੱਚਿਆਂ ਦੇ ਨਾਲ ਗਲਤ ਹਰਕਤਾਂ ਕਰਦੀਆਂ ਦੇਖਦੇ ਵੀ, ਅਸੀਂ ਪੜ੍ਹਦੇ ਵੀ ਹੈ ਕਿ ਅਸ਼ਲੀਲ ਹਰਕਤਾਂ ਜਿਹੜੀ ਬੱਚਿਆਂ ਨਾਲ ਕੀਤੀਆਂ ਜਾਂਦੀਆਂ। ਉਹਨਾਂ ਦੀ ਮਾਨਸਿਕਤਾ ਨੂੰ ਦੇਖਦੇ ਹੋਏ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਕਾਉਂਸਲਰਸ ਜਿਹੜੇ ਉਹਨਾਂ ਵਾਸਤੇ ਵੀ ਹੋਣੇ ਚਾਹੀਦੇ? ਜਾਂ ਜਾਗਰੂਕਤਾ ਤਾਂ ਤੁਸੀਂ ਕਿਹਾ ਲੇਕਿਨ ਇੱਕ ਸੁਸਾਇਟੀ ਦੇ ਵਿੱਚ ਇੱਕ ਸੋਚ, ਇੱਕ ਮਾਨਸਿਕਤਾ ਜਿਹੜੀ ਉਹ ਬਦਲਣ ਦੀ ਬੇਹੱਦ ਜ਼ਿਆਦਾ ਲੋੜ ਹੈ। ਬਿਲਕੁਲ, ਕਾਉਂਸਲਰਸ, ਸਟੇਟ ਕਾਉਂਸਲਰਸ ਤਾਂ ਦੇਖੋ, ਸੁਸਾਇਟੀ ਬਿਗਿਨਸ ਫਰੋਮ ਹੋਮ। ਜਿਹੜੀ ਆਪਣੀ ਸੁਸਾਇਟੀ ਹੈ ਘਰ ਤੋਂ ਸ਼ੁਰੂ ਹੁੰਦੀ ਹੈ। ਸਭ ਤੋਂ ਵੱਡੀ ਕਾਉਂਸਲਰ ਹੁੰਦੀ ਹੈ ਆਪਣੇ ਪੇਰੈਂਟਸ, ਆਪਣੇ ਮੰਮੀ ਤੇ ਆਪਣੇ ਡੈਡੀ ਜੀ ਸਭ ਤੋਂ ਵੱਡੇ ਕਾਉਂਸਲਰ ਹੁੰਦੇ ਨੇ। ਜੇ ਇਹ ਤੁਹਾਡੀ ਐਕਟੀਵਿਟੀਜ਼ ਤੇ ਥੋੜੀ ਜਿਹੀ ਅਵੇਅਰਨੈਸ ਰਹਿ, ਨਿਗਰਾਨੀ ਰੱਖਣ, ਤੇ ਕਾਉਂਸਲਰਸ ਦੀ ਮੈਨੂੰ ਨਹੀਂ ਲੱਗਦਾ ਇੰਨੀ ਲੋੜ ਪਊਗੀ। ਬਿਕੋਜ਼ ਮਮ ਡੈਡ ਅੱਜ ਕੱਲ੍ਹ ਕੀ ਹੈ ਕਿ ਬੱਚੇ ਨੂੰ ਟਾਈਮ ਹੀ ਨਹੀਂ ਦੇ ਪਾ ਰਹੇ। ਜੌਬ ਵਾਲੀ ਫੈਮਿਲੀ ਹੁੰਦੀ ਹੈ, ਸਵੇਰੇ ਚਲੇ ਜਾਂਦੇ ਨੇ, ਰਾਤ ਨੂੰ ਆਉਂਦੇ ਨੇ। ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦਾ ਬੱਚਾ ਕਿਹਨਾਂ ਨਾਲ ਘੁਲ ਮਿਲ ਰਿਹਾ ਹੈ, ਕੀ ਚੀਜ਼ ਦੇਖ ਰਿਹਾ ਹੈ, ਕਿਵੇਂ ਆਪਣਾ ਟਾਈਮ ਬਤੀਤ ਕਰਦਾ ਹੈ। ਤੇ ਜੇ ਮਾੜੇ ਜਿਹੇ ਆਪਣੇ ਫੈਮਿਲੀ ਮੈਂਬਰਸ ਹੀ ਥੋੜ੍ਹੇ ਜਿਹੇ ਅਵੇਅਰ ਹੋ ਜਾਣ, ਬੱਚਿਆਂ ਨਾਲ ਟਾਈਮ ਸਪੈਂਡ ਕਰਨ ਲੱਗ ਜਾਣ, ਉਹਨਾਂ ਨੂੰ ਪੁੱਛਣ ਲੱਗ ਜਾਣ ਕਿ ਦੱਸੋ ਅੱਜ ਦਾ ਕੀ ਐਕਟੀਵਿਟੀ ਹੈ, ਕੀ ਹੋਇਆ, ਤੇ ਇਹ ਸਭ ਚੀਜ਼ਾਂ ਘੱਟ ਹੋ ਜਾਣਗੀਆਂ। ਸਹੀ ਕਿਹਾ ਕਿ ਘਰੋਂ ਜਿਹੜਾ ਹੈ ਸਾਰਾ ਸਿਸਟਮ ਸ਼ੁਰੂ ਹੋ ਜਾਂਦਾ ਹੈ। ਹੁਣ ਗੱਲ ਕਰ ਦਿੰਦੇ ਹਾਂ ਸਜ਼ਾ ਦੀ, ਜਿਵੇਂ ਕਿ ਕਿਹਾ ਵੀ ਗਿਆ ਕਿ 3 ਸਾਲ ਦੀ ਸਜ਼ਾ ਹੋ ਸਕਦੀ ਹੈ, 5 ਤੋਂ 7 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਕਿ ਜਿਹੜੇ ਨਿਯਮ ਨੇ ਇਹ ਕਿੰਨੇ ਕੀ ਜ਼ਿਆਦਾ ਹੋਰ ਸਟ੍ਰਿਕਟ ਹੋਣੇ ਚਾਹੀਦੇ ਹੈ ਕਿ ਲੋਕੀ ਜਿਹੜਾ ਇਸ ਚੀਜ਼ ਤੋਂ ਡਰੇ, ਕਰਨ ਤੋਂ ਡਰੇ? ਕਿਉਂਕਿ 9000 ਲੋਕ ਜਿਹੜੇ ਕਰ ਇਹ ਸਰਚ ਕਰ ਰਹੇ ਤੇ ਕਾਫੀ ਵੱਡੀ ਗੱਲ ਹੈ, ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਤੇ ਗੂਗਲ ਨੇ ਆਪ ਸ਼ਿਕਾਇਤ ਕੀਤੀ ਹੈ ਪੰਜਾਬ ਪੁਲਿਸ ਦੀ ਸਟੇਟ ਸੈੱਲ ਨੂੰ। ਤੇ ਕਿੰਨਾ ਕਿ ਜ਼ਿਆਦਾ ਕਾਨੂੰਨ ਨੂੰ ਹੋਰ ਜ਼ਿਆਦਾ ਟਾਈਟ ਹੋਣ ਦੀ ਲੋੜ ਹੈ ਤੇ ਇਸ ਦੇ ਵਾਸਤੇ ਕਿ ਅਲੱਗ ਤੋਂ ਕੋਈ ਜਿਹੜੀ ਹੈ ਕੋਰਟ ਹੋਣੀ ਚਾਹੀਦੀ ਹੈ ਜਾਂ ਹੋਰ ਚੀਜ਼ਾਂ ਜਿਹੜੀ ਹੈ ਇਹਨਾਂ ਨੂੰ ਡੀਲ ਕਰਨ ਦੇ ਵਿੱਚ ਹੋਰ ਕੋਈ ਹੋਣਾ ਚਾਹੀਦਾ ਹੈ? ਬਿਲਕੁਲ, ਸੈਕਸ਼ਨ 66 ਜਿਹੜਾ ਹੈ 3 ਸਾਲ ਦੀ ਸਜ਼ਾ ਦੀ ਗੱਲ ਕਰਦਾ ਹੈ ਕਿ ਮੈਕਸਿਮਮ 3 ਇਅਰਸ ਹੋ ਸਕਦੀ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇ ਸਜ਼ਾ ਹੋਰ ਇੰਕਰੀਜ਼ ਹੋਣੀ ਚਾਹੀਦੀ ਹੈ, ਡਰ ਤਾਂ ਹੀ ਬਣੇਗਾ। ਠੀਕ ਹੈ, ਵੈਲਿਡ ਪੁਆਇੰਟ ਹੈ। ਸਜ਼ਾ ਇੰਕਰੀਜ਼ ਹੋ 7 ਸਾਲ ਕਰ ਦਿਓ ਸਜ਼ਾ, ਲੇਕਿਨ ਇਹ ਕੇਸਿਸ ਨੂੰ ਸਪੈਸ਼ਲੀ ਡਿਸਪੋਜ਼ ਆਫ ਕਰਨ ਲਈ ਸਪੈਸ਼ਲ ਕੋਰਟਸ ਬਣਾ ਦਿਓ ਇੱਕ ਤਰੀਕੇ ਦੀ, ਜਿਹੜੀ ਦੀ ਪੋਰਨੋਗ੍ਰਾਫੀ ਨਾਲ ਡੀਲ ਕਰਦੀ ਹੈ। ਜਾਂ ਜਦੋਂ ਵੀ ਕ੍ਰਾਈਮ ਵੱਧ ਜਾਂਦਾ ਹੈ, ਕੋਈ ਕ੍ਰਾਈਮ ਉਹਨੂੰ ਘੱਟ ਕਰਨਾ ਹੋਵੇ, ਕੋਈ ਸਪੈਸ਼ਲ ਕੋਰਟ ਬਣਾ ਦਿੰਦੇ ਨੇ ਆਪਾਂ। ਸਪੈਸ਼ਲ ਕੋਰਟ ਹੋਣੀ ਚਾਹੀਦੀ ਹੈ ਸੋ ਦਾ ਡੇਲੀ ਕੇਸਿਸ 40-50 ਕੇਸਿਸ ਡੇਲੀ ਡਿਸਪੋਜ਼ ਆਫ ਹੋਣ ਤੇ ਜਲਦੀ ਇਹਦਾ ਕ੍ਰਾਈਮ ਰੇਟ ਥੋੜਾ ਘੱਟ ਹੋਵੇ। ਇਹ ਚੀਜ਼ ਬਿਲਕੁਲ ਠੀਕ ਹੈ।
ਬਿਲਕੁਲ। ਤੇ ਇੱਕ ਹੋਰ ਸਵਾਲ ਇਹ ਵੀ ਬਣਦਾ ਹੈ ਕਿ ਪੋਕਸੋ ਐਕਟ ਬਾਰੇ ਹਾਲੇ ਵੀ ਲੋਕੀ ਸਿਰਫ ਨਾ ਜਾਣਦੇ, ਇੰਨਾ ਨਹੀਂ ਜਾਣਦੇ ਕਿ ਆਖਿਰ ਉਹ ਐਕਟ ਕੀ ਹੈ ਤੇ ਕੀ ਕੁਝ ਉਸ ਵਿੱਚ ਸਜ਼ਾ ਦਾ ਪ੍ਰਾਵਧਾਨ ਹੈ। ਇੱਕ ਵਾਰੀ ਤੁਸੀਂ ਦੱਸ ਦਿਓ ਕਿ ਇਹ ਐਕਟ ਕੀ ਹੈ ਤੇ ਇਸ ਵਿੱਚ ਕੀ ਕੁਝ ਕਰਨਾ ਚਾਹੀਦਾ ਹੈ, ਕੀ ਕੁਝ ਨਹੀਂ ਹੁੰਦਾ ਹੈ, ਜਿਹੜੇ ਵੀ ਇਸ ਵਿੱਚ ਸਜ਼ਾ ਦਾ ਪ੍ਰਾਵਧਾਨ ਹੈ ਉਹ ਵੀ ਦੱਸੋ। ਦੇਖੋ, ਪੋਸਕੋ ਐਕਟ ਜਿਹੜਾ ਹੁੰਦਾ ਹੈ ਉਹ ਹੁੰਦਾ ਚਾਈਲਡ ਦੇ ਉੱਪਰ। ਚਾਈਲਡ ਦੀ ਡੈਫੀਨੇਸ਼ਨ ਹੈ ਕਿ 18 ਸਾਲ ਦਾ ਕੋਈ ਵੀ ਛੋਟਾ ਬੱਚਾ ਉਹ ਚਾਈਲਡ ਦੇ ਉੱਪਰ ਆ ਜਾਂਦਾ ਹੈ। ਜੇ ਕੋਈ ਇਹੋ ਜਿਹਾ ਆਫੈਂਸ 18 ਸਾਲ ਦੇ ਉੱਪਰ ਵਾਲੇ ਦੀ ਏਜ ਦੇ ਉੱਪਰ ਲੱਗਦਾ ਹੈ ਤੇ ਉਹ ਸਜ਼ਾ ਹੋ ਜਾਂਦੀ ਹੈ ਆਈਪੀਸੀ 'ਚ 376 ਰੇਪ ਦੀ ਸਜ਼ਾ ਹੋ ਜਾਂਦੀ ਹੈ ਆਈਪੀਸੀ 'ਚ। ਜੇ ਜੋ ਉਹੀ ਆਫੈਂਸ ਕਿਸੇ 18 ਸਾਲ ਦੀ ਛੋਟੀ ਨਾਲ ਹੋਵੇ, ਛੋਟੀ ਬੱਚੀ ਨਾਲ ਹੋਵੇ, ਤੇ ਉਹ ਆ ਜਾਂਦੀ ਹੈ ਚੀਜ਼ ਪੋਸਕੋ 'ਚ, ਉਹ ਚੀਜ਼ ਲੱਗ ਜਾਂਦਾ ਹੈ ਪੋਸਕੋ ਐਕਟ 'ਚ। ਪੋਸਕੋ ਐਕਟ ਥੋੜਾ ਹੋਰ ਆਫੈਂਸ ਹੈ, ਇਨਗ੍ਰੇਵਡ ਆਫੈਂਸ ਹੈ, ਤੇ ਏਜ ਮੈਟਰ ਕਰਦੀ ਹੈ ਬਸ। ਜੇ 18 ਸਾਲ ਤੋਂ ਹਾਇਰ ਆਫੈਂਸ ਹੋਵੇ ਦੈਨ ਇਟ ਕਮਸ ਟੂ ਆਈਪੀਸੀ, ਜੇ 18 ਸਾਲ ਤੋਂ ਛੋਟੇ ਨਾਲ ਕਿਸੇ ਨਾਲ ਆਫੈਂਸ ਹੋਵੇ ਦੈਨ ਇਟ ਕਮਸ ਟੂ ਪੋਸਕੋ। ਇਹ ਡਿਫਰੈਂਸ ਹੈ ਜਿਹੜੇ ਤੁਸੀਂ ਪੁੱਛ ਰਹੇ ਹੋ। ਬਿਲਕੁਲ। ਤੇ ਇਹ ਸਾਰੀ ਚੀਜ਼ਾਂ ਧਿਆਨ ਰੱਖਣ ਦੀ ਲੋੜ ਵੀ ਹੈ। ਅਭਿਸ਼ੇਕ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੁਸੀਂ ਜਾਣਕਾਰੀ ਸਾਂਝੀ ਕੀਤੀ ਕਿ ਆਖਿਰ ਕੀ ਕੁਝ ਕਰਨਾ ਚਾਹੀਦਾ ਤੇ ਕੀ ਕੁਝ ਨਹੀਂ। ਤੇ ਅਸੀਂ ਕਈ ਵਾਰੀ ਜਿਵੇਂ ਪਹਿਲੇ ਵੀ ਕਿਹਾ ਕਿ ਸੋਸ਼ਲ ਕੰਟੈਂਟ ਦਾ ਸੋਸ਼ਲ ਸਾਈਟਸ 'ਤੇ ਅਸੀਂ ਕੁਝ ਵੀ ਸਰਚ ਕਰਦੇ ਸੀ, ਧਿਆਨ ਨਹੀਂ ਦਿੰਦੇ, ਕੋਈ ਵੀ ਲਿੰਕ ਖੋਲ੍ਹ ਦਿੰਦੇ, ਕੋਈ ਵੀ ਚੀਜ਼ਾਂ ਜਿਹੜੀ ਹੈ ਉਹ ਐਕਸੈਸ ਕਰ ਲੈਂਦੇ, ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਪਰਸਨਲ ਇਨਫੋਰਮੇਸ਼ਨ ਕਿੱਥੇ ਕਿੱਥੇ ਜਾ ਰਹੀ ਹੈ। ਜਿਵੇਂ ਕਿ ਗੂਗਲ ਨੇ ਇਹ ਇਨਫੋਰਮੇਸ਼ਨ ਦਿੱਤੀ ਕਿ ਪੰਜਾਬ ਦੇ ਵਿੱਚ 9000 ਲੋਕਾਂ ਨੇ ਚਾਈਲਡ ਪੋਰਨੋਗ੍ਰਾਫੀ ਸਰਚ ਕੀਤਾ ਤੇ ਇਸ ਦੀ ਜਾਣਕਾਰੀ ਜਿਹੜੀ ਹੈ ਪੰਜਾਬ ਸਟੇਟ ਸਾਈਬਰ ਸੈੱਲ ਨੂੰ ਦਿੱਤੀ, ਜਿਸ ਤੋਂ ਬਾਅਦ ਜਿਹੜੇ 100 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਤੇ ਜਲੰਧਰ, ਮੋਹਾਲੀ, ਅੰਮ੍ਰਿਤਸਰ, ਲੁਧਿਆਣਾ ਇਹ ਅਜਿਹੇ ਸ਼ਹਿਰ ਨੇ ਜਿੱਥੇ ਕਿ ਇਹ ਸਭ ਤੋਂ ਜ਼ਿਆਦਾ ਕੰਟੈਂਟ ਇਸ ਤਰੀਕੇ ਦੇ ਨਾਲ ਦੇਖਿਆ ਗਿਆ, ਲੇਕਿਨ ਇਹ ਨਹੀਂ ਪਤਾ ਕਿ ਅਸੀਂ ਕੁਝ ਚੀਜ਼ ਸਰਚ ਕਰ ਰਹੇ ਹਾਂ ਤੇ ਕਿਤੇ ਨਾ ਕਿਤੇ ਅਸੀਂ ਡਾਇਰੈਕਟਲੀ ਕੋਈ ਕ੍ਰਾਈਮ ਕਰ ਰਹੇ ਹਾਂ, ਅਪਰਾਧ ਹੈ, ਕਿਉਂਕਿ ਦੇਖਣਾ, ਬਣਾਉਣਾ, ਸ਼ੇਅਰ ਕਰਨਾ ਇਹ ਵੀ ਜਿਹੜਾ ਅਪਰਾਧ ਹੈ। ਤੇ ਚਾਈਲਡ ਪੋਰਨੋਗ੍ਰਾਫੀ ਬੇहद ਅਹਿਮ ਜਿਹੜਾ ਹੈ ਅੱਜ ਦੇ ਸਮੇਂ ਦੇ ਵਿੱਚ ਇੱਕ ਮੁੱਦਾ ਬਣ ਕੇ ਉੱਭਰਿਆ ਵੀ ਹੈ। ਕਈ ਲੋਕ ਸ਼ਿਕਾਇਤ ਕਰਦੇ, ਕਈ ਲੋਕ ਨਹੀਂ ਕਰਦੇ, ਕਈਆਂ ਨੂੰ ਜ਼ਬਰਦਸਤੀ ਇਹਨਾਂ ਜਿਹੜੇ ਹੈ ਚੀਜ਼ਾਂ ਦੇ ਵਿੱਚ ਧਕੇਲਿਆ ਜਾਂਦਾ ਹੈ ਤੇ ਦੇਖਦੇ ਵੀ ਹੈ ਕਿ ਉਹਨਾਂ ਨੂੰ ਰੈਸਕਿਊ ਵੀ ਕੀਤਾ ਜਾਂਦਾ ਹੈ। ਤੇ ਚਾਈਲਡ ਹੈਲਪਲਾਈਨ ਨੰਬਰ ਵੀ ਹੈ ਉਸ ਵਾਸਤੇ, ਜਿਹੜਾ ਮਿਨਿਸਟਰੀ ਆਫ ਚਾਈਲਡ ਐਂਡ ਵਿਮਨ ਡਿਵੈਲਪਮੈਂਟ ਹੈ ਉਹ ਵੀ ਇਸ ਵਾਸਤੇ ਕੰਮ ਕਰ ਰਹੇ। ਲੇਕਿਨ ਅਸਲ ਗੱਲ ਇਹ ਹੈ ਕਿ ਅਸੀਂ ਕਿੰਨੇ ਕੀ ਜ਼ਿਆਦਾ ਸਚੇਤ ਹੈ, ਕਿੰਨੇ ਕੀ ਜ਼ਿਆਦਾ ਜਾਗਰੂਕ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ। ਤੇ ਅੱਜ ਦਾ ਮਕਸਦ ਇਹੀ ਸੀਗਾ ਕਿ ਚਾਈਲਡ ਪੋਰਨੋਗ੍ਰਾਫੀ ਦੇ ਪ੍ਰਤੀ ਤੁਹਾਨੂੰ ਸਚੇਤ ਕੀਤਾ ਜਾਣ, ਕਿਉਂਕਿ ਇਹ ਡੇਟਾ ਕਿਤੇ ਨਾ ਕਿਤੇ ਸ਼ੋਅ ਕਰਦਾ ਹੈ ਕਿ ਸਾਡੀ ਮਾਨਸਿਕਤਾ ਆਖਿਰ ਕਿੱਥੇ ਜਾ ਰਹੀ ਹੈ, ਅਸੀਂ ਕੀ ਕੁਝ ਸਰਚ ਕਰ ਰਹੇ ਹਾਂ ਆਪਣੇ ਸੋਸ਼ਲ ਨੈਟਵਰਕਿੰਗ ਸਾਈਟਸ ਤੇ। ਤੇ ਅੱਜ ਦੇ ਲਈ ਇੰਨਾ ਹੀ। ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨੂੰ ਲੈ ਕੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।